Hello everyone, welcome to Victor's Knowledge. This is Shinu Sharma. So today we are going to take up important MCQ session on environment issues, and these are very important for PSSB as well as PPSC exam. So before moving with today's session, I would like to share important information regarding a course that I have launched for PSSB exams, and this course is a combined one for excise, clerk, forest guard exam क्योंकि ਜਿਹੜਾ syllabus है that is exactly now same. सो ਇਹਦੇ ਵਿੱਚ ਤੁਹਾਨੂੰ ਕੰਪਲੀਟ ਸਿਲੇਬਸ ਦੇ ਨੋਟਸ ਮਿਲ ਰਹੇ ਨੇ ਸਾਰੇ ਸਬਜੈਕਟਸ ਦੇ 6 ਮੌਕ ਟੈਸਟ ਨੇ ਤੇ ਜਿਹੜੇ ਮੌਕ ਟੈਸਟ ਮੈਂ ਤਿਆਰ ਕੀਤੇ ਨੇ ਉਹ ਬਿਲਕੁਲ ਐਗਜ਼ੈਕਟਲੀ ਜੋ ਰੀਸੈਂਟ ਸਿਲੇਬਸ ਰਿਲੀਜ਼ ਕੀਤਾ PSSB ਨੇ ਜੋ ਸਿਲੇਬਸ ਦਾ ਪੈਟਰਨ ਹੈ ਜਿਵੇਂ ਜਿਵੇਂ ਮਾਰਕਸ ਡਿਸਟ੍ਰੀਬਿਊਸ਼ਨ ਹੈ ਉਵੇਂ ਐਗਜ਼ੈਕਟਲੀ ਮੌਕ ਟੈਸਟ ਤਿਆਰ ਕੀਤੇ ਨੇ ਨਾਲ ਹੀ ਜਿਹੜੇ ਕਰੰਟ ਅਫੇਅਰਸ ਨੇ ਇਹ ਤੁਹਾਨੂੰ ਡੀਟੇਲ ਤੇ MCQ ਦੋਨੋਂ ਫਾਰਮ 'ਚ ਮਿਲ ਰਹੇ ਨੇ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਲੈ ਕੇ ਨਵੰਬਰ 2022 ਤੱਕ ਸੋ ਨਵੰਬਰ 2022 ਮੈਂ ਕਿਉਂ ਮੰਥ ਰੱਖਿਆ ਕਿਉਂਕਿ ਕਾਫੀ ਸਾਰੇ ਸਟੂਡੈਂਟਸ ਨੇ ਜਿਹੜੇ ਕੋਆਪਰੇਟਿਵ ਇਨਸਪੈਕਟਰ ਦੀ ਤਿਆਰੀ ਵੀ ਕਰ ਰਹੇ ਨੇ ਸੋ ਤੁਹਾਨੂੰ ਨਵੰਬਰ ਐਂਡ ਈਵਨ ਦਸੰਬਰ ਤੱਕ ਦੇ ਇਸ ਸਾਲ ਦੇ 2022 ਤੱਕ ਦੇ ਸਾਰੇ ਕਰੰਟ ਅਫੇਅਰ ਮੈਂ ਹਰ ਮੰਥ ਪ੍ਰੋਵਾਈਡ ਕਰਵਾਉਂਗੀ ਜੋ ਸਟੂਡੈਂਟਸ ਵੀ ਇਹ ਕੰਪਲੀਟ ਕੋਰਸ ਖਰੀਦਣਗੇ ਨਾਲ ਹੀ ਇੱਕ ਹੋਰ ਕੀ ਫਾਇਦਾ ਹੈ ਜਿਹੜਾ ਮੇਨ ਐਡਵਾਂਟੇਜ ਰਹੂਗੀ ਜਿੰਨੇ ਵੀ ਆਉਣ ਵਾਲੇ ਫਿਊਚਰ ਵਿਕਟਰਸ ਨੌਲੇਜ ਪਲੇਟਫਾਰਮ ਤੋਂ पेड कोर्स लॉन्च किए जाएंगे या कोई ईवन मॉक टेस्ट नोट्स किसी भी होर एग्जाम के लिए जे तुसी एक कंप्लीट कोर्स ₹3500 ਦੇ ਵਿੱਚ ਬਾय ਕਰ ਦਿਓ ਤਾਂ ਆਉਣ ਵਾਲੇ ਉਹ ਸਾਰੇ पेड मटीरियल कोर्सेज ਤੁਹਾਨੂੰ ਬਿਲਕੁਲ ਫ੍ਰੀ ਪ੍ਰੋਵਾਈਡ ਕਰਵਾਏ ਜਾਣਗੇ 100% ਫ੍ਰੀ ਆਲਸੋ ਜਿਹੜਾ ਟੈਲੀਗ੍ਰਾਮ पेड ਗਰੁੱਪ ਹੈ ਇਹਦੇ ਵਿੱਚ ਮੈਂ ਡੇਲੀ ਬੇਸਿਸ ਦੇ ਉੱਤੇ ਕੰਪਲੀਮੈਂਟਰੀ MCQ ਪ੍ਰੈਕਟਿਸ ਕਰਵਾਉਣੀ ਆ ਪ੍ਰੈਕਟਿਸ वर्कशीट्स मैं पाਉਂਦੀ रहनी ਆ इंपॉर्टेंट MCQs मैं शेयर करदी ਆ सो दैट स्टूडेंट्स ਦਾ ਇੱਕ ਲਿੰਕ ਬਣਿਆ ਰਵੇ ਨਾਲ ਦੀ ਨਾਲ ਡੇਲੀ ਬੇਸਿਸ ਤੇ ਉਹਨਾਂ ਦੀ ਤਿਆਰੀ ਹੁੰਦੀ ਰਹੇ ਤੇ ਇਹਦੇ ਵਿੱਚ ਆਪਾਂ ਵੀਡੀਓ ਦੀ ਗੱਲ ਕਰੀਏ ਤਾਂ ਜਿਹੜੇ ਵੀਡੀਓ ਰਿਕਾਰਡਡ ਲੈਕਚਰਸ ਨੇ ਉਹ ਤੁਹਾਨੂੰ ਇਹ ਸਾਰੇ ਸਬਜੈਕਟਸ ਦੇ ਉੱਤੇ ਮਿਲ ਰਹੇ ਨੇ ਨਾਲ ਕੁਝ ਕੰਪਲੀਮੈਂਟਰੀ ਫ੍ਰੀ MCQs ਵੀ ਮੈਂ ਦੇ ਰਹੀ ਆ ਸੋ ਇਸ ਕੋਰਸ ਨੂੰ ਤੁਸੀਂ ਜੁਆਇਨ ਕਰੋ ਤੇ ਇੱਕ ਬਹੁਤ ਵਧੀਆ ਸਮਾਰਟ ਤਰੀਕੇ ਦੇ ਨਾਲ ਸਾਰੇ PSSB ਐਗਜ਼ਾਮਸ ਦੀ ਤੁਸੀਂ ਕੰਬਾਈਨਡ ਤਿਆਰੀ ਕਰ ਸਕਦੇ ਹੋ ਸਟਾਰਟਿੰਗ ਵਿਦ ਫਰਸਟ ਕੁਐਸਚਨ ਚਾਰ ਆਪਸ਼ਨਸ ਨੇ ਆਪਾਂ ਨੇ ਦੱਸਣਾ ਹੈ ਐਟਮੋਸਫੇਅਰਿਕ ਗ੍ਰੀਨ ਹਾਊਸ ਇਫੈਕਟ ਇਹਦਾ ਮੇਨ ਕੀ ਕਾਰਨ ਹੋ ਸਕਦਾ ਹੈ ਸੋ ਇਹਦਾ ਕਾਰਨ ਹੈ ਆਪਸ਼ਨ 2 ਜਿੰਨੀਆਂ ਵੀ ਇਨਫਰਾਰੈਡ ਰੇਡੀਏਸ਼ਨ ਨੇ UV रेज ने ਜਦੋਂ ਉਹਨਾਂ ਨੂੰ ਐਟਮੋਸਫੇਅਰ ਤੋਂ ਐਬਜ਼ੌਰਬ ਕਰਕੇ ਦੁਬਾਰਾ ਰੀ-ਐਮਿਟ ਕੀਤਾ ਜਾਂਦਾ ਹੈ ਜਿਹੜਾ ਇਹ UV रेज ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਇਹਦੇ ਕਰਕੇ ਹੁੰਦਾ ਹੈ ਐਟਮੋਸਫੇਅਰਿਕ ਗ੍ਰੀਨ ਹਾਊਸ ਇਫੈਕਟ ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਜਿਹੜਾ ਕੋਰਸ ਹੈ ਇਹਦੇ ਵਿੱਚ এনवायरमेंट ਇਸ਼ੂਜ਼ ਦੇ ਅਲੱਗ ਤੋਂ ਮੈਂ ਮੇਗਾ ਸੈਸ਼ਨ ਲਏ ਹੋਏ ਨੇ ਜਿੰਨੇ ਵੀ এনवायरमेंट ਇਸ਼ੂਜ਼ ਦੇ ਟੌਪਿਕਸ ਨੇ ਉਹਨਾਂ ਦੀ ਮੈਂ ਥਿਊਰੀ ਬਹੁਤ ਡਿਟੇਲ ਚ ਡਿਸਕਸ ਕੀਤੀ ਹੋਈ ਹੈ ਨੈਕਸਟ ਹੈ ਸਲਾਈਨੇਸ਼ਨ ਕੈਨ ਬੀ ਡਿਫਾਈਨਡ ਐਜ਼ Salinization can be defined as ਜਦੋਂ ਮਿੱਟੀ ਦੇ ਵਿੱਚ ਨਮਕ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਨਮਕ ਇਕੱਠਾ ਹੋ ਜਾਂਦਾ ਹੈ ਕ੍ਰੌਪਸ ਨੂੰ ਗਰੋ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਉਹਨੂੰ ਆਪਾਂ ਕਹਿੰਦੇ ਆ the issue of salinization accumulation of salts in the soil option 4 which of the following is cause of melanoma skin cancer ਬਹੁਤ ਵਾਰੀ ਇਸ ਟਾਈਪ ਦੇ ਕੁਐਸਚਨ ਆਉਂਦੇ ਨੇ ਜਦੋਂ ਆਪਾਂ এনवायरमेंट ਇਸ਼ੂਜ਼ ਦੇ ਵਿੱਚੋਂ ਪੋਲਿਊਸ਼ਨ ਦਾ ਟੌਪਿਕ ਕਰਦੇ ਹਾਂ ਜਾਂ ਫਿਰ ਆਪਾਂ ਗਲੋਬਲ ਵਾਰਮਿੰਗ ਦਾ ਟੌਪਿਕ ਕਰਦੇ ਹਾਂ UV ਰੇਜ਼ ਦੇ ਨਾਲ ਕਿਹੜੀਆਂ ਬਿਮਾਰੀਆਂ ਹੁੰਦੀਆਂ ਨੇ 에ਅਰ ਪੋਲਿਊਸ਼ਨ ਨਾਲ ਵਾਟਰ ਪੋਲਿਊਸ਼ਨ ਨਾਲ ਸੋ ਇਹ ਸਾਰੀਆਂ ਚੀਜ਼ਾਂ ਵੀ ਆਪਾਂ ਨੇ ਨਾਲ ਦੀ ਨਾਲ ਕਵਰ ਕਰਨੀਆਂ ਨੇ ਜਦੋਂ ਆਪਾਂ ਇਹ ਟੌਪਿਕ ਕਰਨੇ ਨੇ So question is which of the following is the cause of skin cancer ਜਿਹਦਾ scientific name ਹੈ melanoma ਇਹਦਾ ਮੇਨ ਕਾਰਨ ਹੈ ਓਜ਼ੋਨ ਡਿਪਲੀਸ਼ਨ ਜਿਹੜੀ ਓਜ਼ੋਨ ਲੇਅਰ ਆਪਾਂ ਨੂੰ UV ਰੇਜ਼ ਤੋਂ ਪ੍ਰੋਟੈਕਟ ਕਰ ਰਹੀ ਹੈ ਹੌਲੀ ਹੌਲੀ ਉਹ ਡਿਪਲੀਟ ਹੁੰਦੀ ਜਾ ਰਹੀ ਹੈ ਉਹੀ ਕਾਰਨ ਬਣ ਰਿਹਾ ਹੈ ਜ਼ਿਆਦਾ ਸਕਿਨ ਕੈਂਸਰ ਦਾ ਤਾਜ ਮਹਿਲ ਦੀ ਯੈਲੋਨੈਸ ਦਾ ਕੀ ਕਾਰਨ ਹੈ ਵੈਰੀ ਬੇਸਿਕ ਬਟ ਇੰਪੋਰਟੈਂਟ ਕੁਐਸਚਨ ਤਾਜ ਮਹਿਲ ਦੀ ਯੈਲੋਨੈਸ ਦਾ ਕਾਰਨ ਹੈ ਉਹਦਾ ਮਾਰਬਲ ਹੈ ਜਿਹੜਾ ਉਹ ਪੀਲਾ ਪੈ ਰਿਹਾ ਹੈ ਐਸਿਡ ਰੇਨ ਦੇ ਕਰਕੇ ਆਪਸ਼ਨ 1 Which of the following is said to be biodegradable waste? Biodegradable ਜੋ ਮਿੱਟੀ ਦੇ ਵਿੱਚ ਡੀਗ੍ਰੇਡ ਹੋ ਜਾਂਦਾ ਹੈ ਮਿਲ ਜਾਂਦਾ ਹੈ ਜਿਹਦੇ ਨਾਲ ਕੋਈ ਜ਼ਿਆਦਾ ਆਪਾਂ ਨੂੰ ਪੋਲਿਊਸ਼ਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਇੰਨਾ ਸਾਰਿਆਂ ਦੇ ਵਿੱਚੋਂ biodegradable waste ਹੈ egg shell option 3 Use of CFC
CFC ਦਾ ਕੀ ਯੂਜ਼ ਹੈ, ਕਿੱਥੇ ਕਿੱਥੇ ਕਲੋਰੋਫਲੋਰੋਕਾਰਬਨ ਵਰਤੇ ਜਾਂਦੇ ਨੇ। ਜਦੋਂ ਆਪਾਂ ਗਲੋਬਲ ਵਾਰਮਿੰਗ ਦਾ ਓਜ਼ੋਨ ਲੇਅਰ ਵਾਲਾ ਟੌਪਿਕ ਕਰਦੇ ਹਾਂ, ਉੱਥੇ ਮੇਨ ਆਪਾਂ CFCs ਦੀ ਰੈਫਰੈਂਸ ਦੇਖਦੇ ਹਾਂ, ਇਹਦੇ ਬਾਰੇ ਪੜ੍ਹਦੇ ਹਾਂ। CFCs ਵਰਤੇ ਜਾਂਦੇ ਨੇ ਇਨਸੂਲੇਟਰ, ਐਰੋਸੋਲ ਪ੍ਰੋਪਲੈਂਟ ਤੇ ਰੈਫ੍ਰਿਜਰੇਟਰ ਤਿੰਨਾਂ ਵਿੱਚ। ਆਪਸ਼ਨ 4 is the right answer. Next is very important question when it comes to environment. World Environment Day ਕਦੋਂ ਹੈ, ਇਹ ਆਪਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ। ਲੇਟੈਸਟ ਥੀਮ ਕੀ ਹੈ? ਸੋ ਸਭ ਤੋਂ ਪਹਿਲਾਂ ਤਾਂ ਆਪਾਂ ਦੇਖ ਲੈਣੇ ਕਿ ਕਿਸ ਦਿਨ ਇਨਵਾਇਰਨਮੈਂਟ ਦੇ ਲਈ ਜਾਗਰੂਕਤਾ ਪੈਦਾ ਕਰਨ ਦੇ ਲਈ ਇੱਕ ਡੇ ਐਲੋਕੇਟ ਕੀਤਾ ਗਿਆ। ਸੋ ਇਹ ਹੈ 5 ਜੂਨ ਆਪਸ਼ਨ ਤੇ ਜੇ ਆਪਾਂ ਸਾਲ 2022 ਦੇ ਥੀਮ ਦੀ ਗੱਲ ਕਰੀਏ ਤਾਂ ਇਸ ਸਾਲ ਦਾ ਥੀਮ ਰਿਹਾ ਓਨਲੀ ਵਨ ਅਰਥ, ਜਿਹਨੂੰ ਆਪਾਂ ਨੇ ਬਚਾਉਣਾ ਆਪਣੀ ਆਉਣ ਵਾਲੀ ਫਿਊਚਰ ਜਨਰੇਸ਼ਨ ਦੇ ਲਈ ਸਸਟੇਨੇਬਲ ਡਿਵੈਲਪਮੈਂਟ ਕਰਕੇ। ਅਗਲਾ ਇੱਕ ਇੰਪੋਰਟੈਂਟ ਕੁਐਸਚਨ ਹੈ, ਕਿਹੜੇ ਸਾਲ ਦੇ ਵਿੱਚ ਪ੍ਰੋਜੈਕਟ ਟਾਈਗਰ ਲਾਂਚ ਕੀਤਾ ਗਿਆ ਸੀ? ਭਾਰਤ ਦੇ ਅੰਦਰ ਟਾਈਗਰ ਪੋਪੂਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਇਹ ਪ੍ਰੋਜੈਕਟ ਲਾਂਚ ਕੀਤਾ ਗਿਆ ਸੀ 1973। ਸੋ ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਫॉर एग्जाम। Next is regarding the latest state of forest report. Forest report 2021 ਦੇ ਅਨੁਸਾਰ ਉੱਤਰਾਖੰਡ ਦੇ ਵਿੱਚ ਸਭ ਤੋਂ ਜ਼ਿਆਦਾ ਫਾਇਰ ਦੇਖੇ ਗਏ ਨੇ among the states। forest fire ਦੀ ਉਰੇ ਗੱਲ ਹੋ ਰਹੀ ਹੈ। ਦੂਜੀ ਸਟੇਟਮੈਂਟ ਹੈ ਕਿ ਇਸ ਰਿਪੋਰਟ ਨੇ ਐਕਨੋਲਜ ਕੀਤਾ ਹੈ ਕਿ ਫੋਰੈਸਟ ਫਾਇਰ ਦਾ ਜਿਹੜਾ ਰਿਸ਼ਤਾ ਹੈ, ਲਿੰਕ ਹੈ, ਉਹ ਕਲਾਈਮੇਟ ਚੇਂਜ ਦੇ ਨਾਲ ਹੈ। ਇੰਨੀ ਜ਼ਿਆਦਾ ਜੰਗਲਾਂ ਨੂੰ ਜਿਹੜੀ ਅੱਗ ਲੱਗ ਰਹੀ ਹੈ ਉਹਦਾ ਮੇਨ ਕਾਰਨ ਹੈ ਜਿਵੇਂ ਟੈਂਪਰੇਚਰ ਦਾ ਵਧਣਾ, ਕਲਾਈਮੇਟ ਚੇਂਜ ਦੇ ਵਿੱਚ ਜਿਹੜੀਆਂ ਹੋਰ ਸਾਰੀਆਂ ਦਿੱਕਤਾਂ ਆਉਂਦੀਆਂ ਨੇ। ਤੀਜੀ ਸਟੇਟਮੈਂਟ ਹੈ ਯੂਨੀਅਨ ਇਨਵਾਇਰਨਮੈਂਟ ਮਿਨਿਸਟਰੀ ਸਪੋਰਟ ਕਰ ਰਹੀ ਹੈ ਸਟੇਟ ਗਵਰਨਮੈਂਟ ਦੇ ਐਫਰਟਸ ਨੂੰ ਇਨ ਪ੍ਰੀਵੈਂਟਿੰਗ ਕੰਟਰੋਲਿੰਗ ਫੋਰੈਸਟ ਫਾਇਰ ਬਾਈ ਪ੍ਰੋਵਾਈਡਿੰਗ ਫਾਈਨੈਂਸ਼ੀਅਲ ਅਸਿਸਟੈਂਸ under the centrally sponsored forest fire prevention and management scheme। ਹੁਣ ਕੁਐਸਚਨ ਹੈ ਕਿ ਇਹਨਾਂ ਤਿੰਨਾਂ ਸਟੇਟਮੈਂਟ ਦੇ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ with regard to state of forest report 2021। so right answer is option C 2 3। ਪਹਿਲੀ ਸਟੇਟਮੈਂਟ ਉਰੇ ਗਲਤ ਹੈ ਕਿਉਂਕਿ ਸਭ ਤੋਂ ਜ਼ਿਆਦਾ ਫੋਰੈਸਟ ਫਾਇਰ ਦੇਖਿਆ ਗਈਆਂ ਨੇ ਓਡੀਸ਼ਾ ਦੇ ਵਿੱਚ, ਨਾ ਕਿ ਉੱਤਰਾਖੰਡ। ਸੋ ਉਰੇ ਉੱਤਰਾਖੰਡ ਗਲਤ ਹੈ। ਸੋ ਰਾਈਟ ਆਨਸਰ ਹੈ C 2 and 3। ਮੋਸਟ ਕਾਮਨ ਕੈਮੀਕਲ ਜਿਹੜੇ ਕਲਾਉਡ ਸੀਡਿੰਗ ਦੇ ਲਈ ਵਰਤੇ ਜਾਂਦੇ ਹੈ। ਸੋ ਸਭ ਤੋਂ ਜ਼ਿਆਦਾ ਕਲਾਉਡ ਸੀਡਿੰਗ ਲਈ ਕੈਮੀਕਲ ਵਰਤੇ ਜਾਂਦੇ ਹੈ ਇਹ ਚਾਰੋਂ ਹੀ। ਸਿਲਵਰ ਆਇਓਡਾਈਡ ਹੋਗੀ, ਪੋਟਾਸ਼ੀਅਮ ਆਇਓਡਾਈਡ, ਡਰਾਈ ਆਈਸ, ਸੋਡੀਅਮ ਕਲੋਰਾਈਡ। ਆਪਸ਼ਨ D 1 2 3 4 ਆਲ। ਹੁਣ ਉਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਨੀ ਆ ਕਿ ਕਲਾਉਡ ਸੀਡਿੰਗ ਹੈ ਕੀ। ਬੇਸਿਕਲੀ ਕਲਾਉਡ ਸੀਡਿੰਗ ਇੱਕ ਵੈਦਰ ਮੋਡੀਫਿਕੇਸ਼ਨ ਟੈਕਨੀਕ ਹੈ। ਮੌਸਮ ਨੂੰ ਬਦਲਣ ਦੀ ਆਰਟੀਫੀਸ਼ੀਅਲ ਟੈਕਨੀਕ ਹੈ, ਆਰਟੀਫੀਸ਼ੀਅਲ ਤਰੀਕਾ ਹੈ। ਇਹਦਾ ਮੇਨ ਮਕਸਦ ਹੁੰਦਾ ਕਿ ਕੋਈ ਵੀ ਪ੍ਰੈਸੀਪੀਟੇਸ਼ਨ ਹੈ ਜਿਹੜੀ ਕਲਾਉਡਸ ਚੋਂ ਆ ਰਹੀ ਹੈ, ਚਾਹੇ ਉਹ ਰੇਨ ਦੀ ਫਾਰਮ ਦੀ ਹੈ, ਸਨੋ ਦੀ ਫਾਰਮ ਦੀ ਹੈ, ਉਹਨੂੰ ਆਪਾਂ ਕਿਵੇਂ ਅਲੱਗ-ਅਲੱਗ ਮਾਈਕਰੋ ਫਿਜ਼ੀਕਲ ਪ੍ਰੋਸੈਸ ਦੇ ਨਾਲ ਕਲਾਉਡ ਦੇ ਅੰਦਰ ਹੀ ਬਦਲ ਸਕਦੇ ਹਾਂ। ਸੋ ਇਸ ਚੀਜ਼ ਨੂੰ ਕਿਹਾ ਜਾਂਦਾ ਹੈ ਕਲਾਉਡ ਸੀਡਿੰਗ। ਤੇ ਇਹਦੇ ਲਈ ਜਿਹੜੇ ਕੈਮੀਕਲਸ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਦੇ ਤੁਸੀਂ ਨਾਮ ਯਾਦ ਰੱਖਣੇ ਨੇ। ਆਈ ਐਮ ਰਿਪੀਟਿੰਗ ਸਿਲਵਰ ਆਇਓਡਾਈਡ, ਪੋਟਾਸ਼ੀਅਮ ਆਇਓਡਾਈਡ, ਡਰਾਈ ਆਈਸ, ਸੋਡੀਅਮ ਕਲੋਰਾਈਡ। ਇੱਕ ਹੋਰ ਉਰੇ ਕੁਐਸਚਨ ਬਣਦਾ ਜੋ ਪੇਪਰ 'ਚ ਬਹੁਤ ਵਾਰੀ ਦੇਖਣ ਨੂੰ ਮਿਲਿਆ ਹੈ, ਡਰਾਈ ਆਈਸ ਕੀ ਹੈ? ਡਰਾਈ ਆਈਸ ਕੁਛ ਨਹੀਂ ਹੈ, ਇੱਕ ਕਾਰਬਨ ਡਾਈਆਕਸਾਈਡ ਦੀ ਸੋਲਿਡ ਫਾਰਮ ਹੈ। ਇਹ ਵੀ ਚੀਜ਼ ਤੁਸੀਂ ਯਾਦ ਰੱਖਣੀ ਹੈ। Consider the following statement with reference to ਕਾਜ਼ੀਰੰਗਾ ਨੈਸ਼ਨਲ ਪਾਰਕ। ਜਦੋਂ ਵੀ ਆਪਾਂ এনवायरमेंट ਪੜ੍ਹਦੇ ਹਾਂ ਉਹਦੇ ਵਿੱਚੋਂ ਜਿੰਨੇ ਵੀ ਰੀਸੈਂਟ ਥ੍ਰੈਟਨਡ ਸਪੀਸੀਜ਼ ਹੁੰਦੀਆਂ ਨੇ, ਐਂਡੇਂਜਰਡ ਸਪੀਸੀਜ਼ ਹੋ ਗਈਆਂ IUCN ਲਿਸਟ ਦੀਆਂ, ਜਾਂ ਫਿਰ ਕੋਈ ਵੀ ਨੈਸ਼ਨਲ ਪਾਰਕ ਬਾਇਓਡਾਇਵਰਸਿਟੀ ਨਾਲ ਰਿਲੇਟਡ ਕੁਝ ਵੀ ਇਸ ਟਾਈਪ ਦੀ ਚੀਜ਼, ਕੋਈ ਸੈਂਚਰੀ ਹੈ, ਕੋਈ ਬਰਡ ਸੈਂਚਰੀ ਹੈ, ਜੋ ਵੀ ਨਿਊਜ਼ ਵਿੱਚ ਰਹੀ ਹੈ ਉਹ ਹਰ ਚੀਜ਼ ਆਪਾਂ ਨੇ ਪੇਪਰ ਲਈ ਤਿਆਰ ਕਰਕੇ ਜਾਣੀ ਹੈ। ਸੋ ਕਾਜ਼ੀਰੰਗਾ ਪਾਰਕ ਨੂੰ ਲੈ ਕੇ 3 ਸਟੇਟਮੈਂਟ ਨੇ, ਆਪਾਂ ਨੇ ਦੱਸਣਾ ਹੈ ਕਿਹੜੀ ਸਟੇਟਮੈਂਟ ਗਲਤ ਹੈ। ਸੋ ਇਹ ਚੀਜ਼ ਵੀ ਬਹੁਤ ਵਾਰੀ ਸਟੂਡੈਂਟ ਮਿਸਟੇਕ ਕਰ ਦਿੰਦੇ ਨੇ। ਜਦੋਂ ਵੀ ਪੇਪਰ ਤੁਹਾਨੂੰ ਸਟੇਟਮੈਂਟ ਬੇਸਡ ਕੁਐਸਚਨ ਆਉਂਦਾ ਉੱਥੇ ਤੁਸੀਂ ਜ਼ਰੂਰ ਧਿਆਨ ਰੱਖਣਾ ਕਿ ਤੁਹਾਨੂੰ ਇਨਕਰੈਕਟ ਪੁੱਛਿਆ ਜਾਂ ਫਿਰ ਕਰੈਕਟ ਪੁੱਛਿਆ। ਹੁਣ ਉਰੇ ਤੁਸੀਂ ਕਰੈਕਟ ਦੇਖ ਲਓਗੇ, ਤੁਸੀਂ ਸੋਚੋਗੇ ਕਿ ਕਰੈਕਟ ਲਿਖਿਆ ਹੋਇਆ, ਪਰ ਜ਼ਰੂਰੀ ਨਹੀਂ ਉੱਥੇ ਤੁਹਾਨੂੰ ਇਨਕਰੈਕਟ ਵਰਡ ਹੋਵੇ, ਉੱਥੇ ਤੁਹਾਨੂੰ ਨਾਟ ਕਰੈਕਟ ਵੀ ਲਿਖਿਆ ਆ ਸਕਦਾ ਹੈ। ਸੋ ਤੁਸੀਂ ਬਿਲਕੁਲ ਵੀ ਜਲਦਬਾਜ਼ੀ ਨਹੀਂ ਕਰਨੀ। ਹਰ ਸਟੇਟਮੈਂਟ ਨੂੰ, ਸਪੈਸ਼ਲੀ ਕੁਐਸਚਨ ਨੂੰ ਪਹਿਲਾਂ ਧਿਆਨ ਦੇ ਨਾਲ ਪੜ੍ਹਨਾ ਹੈ ਟਾਈਮ ਦੇ ਕੇ।
ਸੋ ਹੁਣ ਉਰੇ ਗਲਤ ਸਟੇਟਮੈਂਟ ਹੈ ਤੀਜੀ, ਪਹਿਲੀਆਂ ਦੋਨੋਂ ਕਾਜ਼ੀਰੰਗਾ ਨੈਸ਼ਨਲ ਪਾਰਕ ਨੂੰ ਲੈ ਕੇ ਬਿਲਕੁਲ ਸਹੀ ਨੇ। ਅਸਾਮ ਦਾ 올ਡੈਸਟ ਪਾਰਕ ਹੈ, ਸਭ ਤੋਂ ਪੁਰਾਣਾ। ਗ੍ਰੇਟ ਇੰਡੀਅਨ ਵਨ ਹੌਰਨ ਰਾਈਨੋਸੀਰੀਅਸ ਦੇ ਲਈ ਇਹ ਮਸ਼ਹੂਰ ਹੈ। ਤੀਜੀ ਸਟੇਟਮੈਂਟ ਗਲਤ ਹੈ। ਤੀਜੀ ਸਟੇਟਮੈਂਟ ਕਹਿ ਰਹੀ ਹੈ ਕਿ ਕਾਜ਼ੀਰੰਗਾ ਨੈਸ਼ਨਲ ਪਾਰਕ ਨੂੰ ਇੰਪੋਰਟੈਂਟ ਬਰਡ ਏਰੀਆ ਰੈਕੋਗਨਾਈਜ਼ ਕੀਤਾ ਹੈ IUCN ਨੇ। ਦਿਸ ਸਟੇਟਮੈਂਟ ਇਜ਼ ਰੋਂਗ, ਸੋ ਆਪਸ਼ਨ C 3 ਓਨਲੀ ਇਜ਼ ਦ ਰਾਈਟ ਆਂਸਰ। ਉਰੇ ਹੁਣ ਆਪਾਂ ਦੇਖ ਲੈਨੇ ਕਿ ਸਟੇਟਮੈਂਟ ਕਿਉਂ ਗਲਤ ਹੈ। IUCN ਨੇ ਉਰੇ ਬਰਡ ਏਰੀਆ ਰੈਕੋਗਨਾਈਜ਼ ਨਹੀਂ ਕੀਤਾ, ਇਹ ਇੰਪੋਰਟੈਂਟ ਬਰਡ ਏਰੀਆ ਕਾਜ਼ੀਰੰਗਾ ਨੂੰ ਬਰਡ ਲਾਈਫ ਇੰਟਰਨੈਸ਼ਨਲ ਨਾਮ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਇਹਨੇ ਰੈਕੋਗਨਾਈਜ਼ ਕੀਤਾ ਹੈ। ਸੋ ਉਰੇ IUCN ਗਲਤ ਹੈ, ਇਹਦੀ ਜਗ੍ਹਾ ਤੇ ਆਉਣਾ ਚਾਹੀਦਾ ਹੈ ਬਰਡ ਲਾਈਫ ਇੰਟਰਨੈਸ਼ਨਲ। Next is with reference to eco-sensitive zone, consider the following statement. Eco-sensitive zone recently 2-3 ਪੇਪਰਾਂ 'ਚ ਦੇਖਣ ਨੂੰ ਮਿਲਿਆ, ਸੋ ਤੁਹਾਡੇ ਲਈ ਇੰਪੋਰਟੈਂਟ ਹੈ ਤਿਆਰ ਕਰਨਾ ਅੰਡਰ environment subject। ਪਹਿਲੀ ਸਟੇਟਮੈਂਟ ਕਹਿ ਰਹੀ ਹੈ eco-sensitive zone ਕੁਝ protected areas ਨੇ national park, wildlife sanctuaries ਦੇ around। ਦੂਜੀ ਸਟੇਟਮੈਂਟ ਕਹਿ ਰਹੀ ਹੈ ਕਿ regulated way ਦੇ ਵਿੱਚ ਕੁਝ activities ਜਿਵੇਂ mining ਹੋ ਗਈ, tourism ਇਹ permitted ਨੇ। ਦੂਜੀ ਸਟੇਟਮੈਂਟ ਬਿਲਕੁਲ ਗਲਤ ਹੈ ਕਿਉਂਕਿ ਇਸ ਟਾਈਪ ਦੀ ਕੋਈ ਵੀ ਐਕਟੀਵਿਟੀ ਪਰਮਿਟਡ ਨਹੀਂ ਹੁੰਦੀ ਇਕੋ ਸੈਂਸਿਟਿਵ ਜ਼ੋਨ ਦੇ ਅੰਦਰ। ਪਹਿਲੀ ਸਟੇਟਮੈਂਟ ਸਹੀ ਹੈ, ਸੋ ਰਾਈਟ ਆਂਸਰ ਹੈ ਆਪਸ਼ਨ A 1 ਓਨਲੀ। ਨੈਕਸਟ ਇਜ਼ ਸਟੇਟ ਆਫ এনवायरमेंट ਰਿਪੋਰਟ ਰੀਸੈਂਟਲੀ ਕਿਹਨੇ ਪਬਲਿਸ਼ ਕੀਤੀ। ਕਰੰਟ ਅਫੇਅਰ ਦੇ ਵਿੱਚ ਜਿੰਨੀਆਂ ਰਿਪੋਰਟਸ ਇੰਡੈਕਸਿਸ ਆਉਂਦੀਆਂ ਨੇ ਉਹਨਾਂ ਤੁਸੀਂ ਬਿਲਕੁਲ ਵੀ ਮਿਸ ਨਹੀਂ ਕਰ ਸਕਦੇ, ਚਾਹੇ ਕੋਈ ਨੈਸ਼ਨਲ ਲੈਵਲ ਦੀ ਹੈ, ਇੰਟਰਨੈਸ਼ਨਲ ਲੈਵਲ ਦੀ ਹੈ, ਕਿਸੇ ਵੀ ਸਬਜੈਕਟ ਦੀ ਹੈ, ਇਕਨੋਮਿਕਸ ਨਾਲ ਰਿਲੇਟਡ ਹੈ, ਪੋਲਿਟੀ ਨਾਲ, then environment ਨਾਲ। you cannot miss these reports at any cost ਕਿਉਂਕਿ ਇਹ ਬਹੁਤ ਇੰਪੋਰਟੈਂਟ ਹੁੰਦੀਆਂ ਨੇ। ਜਦੋਂ ਐਗਜ਼ਾਮੀਨਰ ਨੂੰ ਹੋਰ ਕੁਝ ਨਹੀਂ ਮਿਲਦਾ ਤਾਂ ਇੱਕ ਅੱਧਾ ਰੈਂਕ, ਇੱਕ ਅੱਧੀ ਰਿਪੋਰਟ ਜ਼ਰੂਰ ਪੇਪਰ 'ਚ ਪਾ ਦਿੰਦੇ ਨੇ। ਸੋ ਸਟੇਟ ਆਫ এনवायरमेंट ਰਿਪੋਰਟ ਪਬਲਿਸ਼ ਕੀਤੀ ਹੈ ਰੀਸੈਂਟਲੀ ਇੱਕ NGO ਨੇ ਜਿਹਦਾ ਨਾਮ ਹੈ ਸੈਂਟਰ ਫॉर ਸਾਇੰਸ ਐਂਡ এনवायरमेंट ਆਪਸ਼ਨ D। ਤੇ ਅੱਜ ਦੇ ਇਸ ਇੰਪੋਰਟੈਂਟ ਸੈਸ਼ਨ ਦਾ ਲਾਸਟ ਕੁਐਸਚਨ ਹੈ ਰਿਲੇਟਡ ਟੂ ਰੈਡ ਸੈਂਡਰਵੁੱਡ, ਬਾਰ-ਬਾਰ ਨਿਊਜ਼ ਚ ਆ ਰਹੀ ਸੀ। With reference to red sandalwood, ਤਿੰਨ ਸਟੇਟਮੈਂਟ ਨੇ, ਆਪਾਂ ਨੇ ਦੱਸਣਾ ਹੈ ਕਿਹੜੀ ਸਟੇਟਮੈਂਟ ਸਹੀ ਹੈ। ਪਹਿਲੀ ਸਟੇਟਮੈਂਟ ਕਹਿ ਰਹੀ ਹੈ ਕਿ ਇਹ ਆਂਧਰਾ ਪ੍ਰਦੇਸ਼ ਦੀ ਜਿਹੜੇ ਸੈਸ਼ਲਮ ਹਿਲਸ ਨੇ ਉੱਥੇ ਹੀ ਐਂਡੈਮਿਕ ਹੈ, ਜ਼ਿਆਦਾਤਰ ਉੱਥੇ ਹੀ ਪਾਈ ਜਾਂਦੀ ਹੈ ਇਹ ਸਪੀਸੀਜ਼ ਰੈਡ ਸੈਂਡਲਵੁੱਡ, ਇੱਕ ਲੱਕੜੀ ਹੈ ਇਹ। ਦੂਜੀ ਸਟੇਟਮੈਂਟ ਕਹਿ ਰਹੀ ਹੈ ਕਿ IUCN ਰੈਡ ਲਿਸਟ ਵਿੱਚ ਇਹ ਵਲਨਰੇਬਲ ਕੈਟੇਗਰੀ ਤੇ ਹੈ, ਰਿਸਕ ਦੀ ਕੈਟੇਗਰੀ ਤੇ। ਤੀਜੀ ਸਟੇਟਮੈਂਟ they are usually growing in the rocky degraded fallow land ਜਿੱਥੇ ਲਾਲ ਮਿੱਟੀ ਹੈ, ਗਰਮ ਤੇ ਸੁੱਕਾ ਮੌਸਮ ਹੈ। ਸੋ ਪਹਿਲੀ ਤੇ ਤੀਜੀ ਸਟੇਟਮੈਂਟ ਰੈਡ ਸੈਂਡਲਵੁੱਡ ਨੂੰ ਲੈ ਕੇ ਕਰੈਕਟ ਹੈ, ਜਿਹੜੀ ਦੀ ਕੈਟੇਗਰੀ ਦੱਸੀ ਹੋਈ ਹੈ IUCN ਰੈਡ ਲਿਸਟ ਦੀ, ਇਹ ਉਰੇ ਗਲਤ ਹੈ। ਸੋ ਰਾਈਟ ਆਂਸਰ ਹੈ ਆਪਸ਼ਨ D 1 and 3 ਓਨਲੀ। ਸੈਕੰਡ ਸਟੇਟਮੈਂਟ ਵਲਨਰੇਬਲ ਦੀ ਜਗ੍ਹਾ ਤੇ ਆਉਣਾ ਚਾਹੀਦਾ ਹੈ endangered category। So this was all about today's lecture. Thank you and good luck.